एक ओंकार सतगुर प्रसाद। श्री राग कबीर जियो का। एक स्वान कै कर गामना, जननी जानत सुत बड़ा होत है। इतना कुला जाने जे दिन दिन अवध कटत है। मोर मोर कर अधक लाड धर, पेखत ही जमराओ हसै। ऐसा तैं जग भरम लाया, कैसे बूझे जब मोया है माया। रहाओ कहत कबीर छोड़ बिखया रस, इत संगत नेचो मरना। रमैया जपो प्राणी, अनंत जीवन बाणी। इन बिद भव सागर तरना, जां तिस भावै तां लागै भाव। परम पुलावा विचों जाए, उपजै सहज ज्ञान मत जागै। गुर प्रसाद अंतर निम लागै, इत संगत नाही मरना। हुक्म पछाण तां खसमै मिलना। रहाओ दूजा। वाहिगुरु जी का खालसा, वाहिगुरु जी की फतेह। ये पावन शब्द श्री राग दे अखीर विच भगत बाणी का पहला शब्द है। एक ओंकार सतगुर प्रसाद मंगलाचरण है, जिसका अर्थ है परमात्मा एक है, सर्वशक्तिवान है, पैदा करन पालन ते मारन दे समर्थ। जिहड़ी कार है उसका मतलब वो सर्व व्यापक है ਅਤੇ सतगुरु की कृपा द्वारा जानिया जाता है। इस नूं मंगलाचरण अपने इष्ट देव की उस्तत विच उचारण किया होया। श्री राग राग का नाम है। कबीर जियो का ये शब्द भगत कबीर जी के मुखारबिंद तो उचारण किया होया। एक स्वान कै घर गावना, ये सिरलेख साडा विशेष तौर पर ध्यान मंगता है कि इस सिरलेख का की भाव है। अखरी अर्थ ठीक ने कि एक स्वान कै घर गावना, पर उन्होंने प्रकरण मुताबक समझण ते विद्यार्थियों को समझाउण लई ये दसना पेगा कि गुरु नानक देव जी महाराज ने या श्री गुरु अर्जुन देव जी महाराज ने यह सिरलेख अंकित किया। क्योंकि गुरु नानक देव जी का एक पावन शब्द जिहड़ा कि असी पिछे पढ़ आए हाँ, एक स्वान दोए स्वानी नाल, वो शब्द की पहली पंक्ति में क्योंकि स्वान शब्द आया, ये शब्द श्री राग विच ही है और चौथे घर विच गायन करन दी हदायत। तो इसका मतलब यह है कि जिस घर विच एक स्वान शब्द नूं गायन किया जाना है, ये भगत कबीर जी का शब्द भी उसे ही घर विच गायन किया जाए। क्योंकि एक स्वान कै घर गावना, घर दे रारे नूं सियारी है, घर विच गावना। इनू होर बहुती बरीकी विच लिजाण की लोड़ नहीं, क्योंकि इस तो यह सिद्ध हुंदा है कि श्री गुरु नानक देव जी महाराज ने जदों वो शब्द उचारिया
ਤਾਂ ਇਹ ਸ਼ਬਦ ਭਗਤ ਕਬੀਰ ਜੀ ਦਾ ਉਹਨਾਂ ਕੋਲ ਆਲਰੇਡੀ ਮੌਜੂਦ ਸੀ। ਤੋ ਜਾਂ ਤਾਂ ਇਹ ਸਿਰਲੇਖ ਗੁਰੂ ਨਾਨਕ ਦੇਵ ਜੀ ਨੇ ਅੰਕਿਤ ਕੀਤਾ ਜਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਨੂੰ ਤਰਤੀਬ ਦਿੱਤੀ। ਇਹ ਸਿਰਫ ਵੇਰਵਾ ਇਸ ਲਈ ਦੱਸਿਆ ਕਿ ਆਮ ਪ੍ਰੇਮੀ, ਆਮ ਸ਼ਰਧਾਲੂ ਇਸ ਸਿਰਲੇਖ ਨੂੰ ਪੜ੍ਹ ਕੇ ਥੋੜ੍ਹਾ ਅਚੰਭੇ ਵਿੱਚ ਚਲੇ ਜਾਂਦੇ ਨੇ ਕਿ ਇਹਦਾ ਕੀ ਮਤਲਬ ਹੈ। ਤੋ ਇਸ ਤੋਂ ਜੋ ਸਾਡੀ ਤੁਛ ਬੁੱਧ ਵਿੱਚ ਸਮਝ ਆਇਆ ਉਹ ਇਹ ਹੈ ਕਿ ਜਿਸ ਘਰ ਵਿੱਚ ਗੁਰੂ ਨਾਨਕ ਦੇਵ ਜੀ ਦਾ ਉਹ ਸ਼ਬਦ ਜਿਸ ਦੀ ਪਹਿਲੀ ਪੰਕਤੀ ਵਿੱਚ ਏਕ ਸਵਾਨ ਹੈ, ਉਹਦੇ ਵਿੱਚ ਗਾਉਣ ਦੀ ਹਦਾਇਤ। ਹਾਂ, ਇਸ ਸ਼ਬਦ ਦੇ ਅੰਦਰ ਰਹਾਉ ਦੀਆਂ 2 ਪੰਕਤੀਆਂ ਹਨ। ਆਮ ਤੌਰ ਤੇ ਆਮ ਸ਼ਬਦਾਂ ਵਿੱਚ ਇੱਕ ਪੰਕਤੀ ਹੁੰਦੀ ਹੈ ਤੇ ਅਸੀਂ ਉਸ ਦੇ ਅਰਥ ਕਰਦੇ ਹਾਂ ਕਿ ਸ਼ਬਦ ਦਾ ਕੇਂਦਰੀ ਭਾਵ, ਸੈਂਟਰਲ ਆਈਡੀਆ ਜੋ ਹੈ ਉਹ ਰਹਾਉ ਦੀ ਪੰਕਤੀ ਵਿੱਚ ਹੈ ਤੇ ਪਾਠ ਕਰਨ ਵਾਲੇ ਪ੍ਰੇਮੀ ਨੂੰ ਚਾਹੀਦਾ ਹੈ ਕਿ ਰਹਾਉ ਵਾਲੀ ਪੰਕਤੀ ਦੇ ਰੁਕ ਕੇ ਚੰਗੀ ਤਰ੍ਹਾਂ ਵਿਚਾਰ ਲਵੇ। ਪਰ ਇੱਥੇ ਭਗਤ ਜੀ ਨੇ 2 ਰਹਾਉ ਦਿੱਤੇ ਹਨ। ਪਹਿਲੇ ਰਹਾਉ ਵਿੱਚ ਫਰਮਾਉਂਦੇ ਹਨ, ਐਸਾ ਤੈਂ ਜਗ ਭਰਮ ਲਾਇਆ। ਹੇ ਅਕਾਲ ਪੁਰਖ ਪਰਮਾਤਮਾ, ਐਸਾ ਤੈਂ, ਇਹੋ ਜਿਹਾ ਤੂੰ ਜਗਤ ਨੂੰ ਭਰਮ ਲਾਇਆ ਹੈ। ਕੈਸੇ ਬੂਝੈ ਜਬ ਮੋਇਆ ਹੈ ਮਾਇਆ। ਕਿਉਂਕਿ ਭਰਮ ਦੇ ਮਮੇ ਨੂੰ ਸਿਆਰੀ ਹੈ। ਭਰਮ ਵਿੱਚ ਲਾਇਆ, ਭਰਮ ਵਿੱਚ ਭੁਲਾਇਆ ਤਥਾ ਭਰਮ ਵਿੱਚ ਉਲਝਾਇਆ। ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੈ ਜਬ ਮੋਇਆ ਹੈ ਮਾਇਆ। ਇਹ ਜਗਤ ਕਿਵੇਂ ਬੁੱਝ ਸਕਦਾ, ਇਹਨੂੰ ਕਦੋਂ ਕਿਵੇਂ ਸਮਝ ਆ ਸਕਦੀ? ਜਬ ਮੋਇਆ ਹੈ ਮਾਇਆ, ਜਦੋਂ ਇਹ ਤੁਹਾਡੀ ਬਣਾਈ ਮਾਇਆ ਵਿੱਚ ਮੋਇਆ ਹੋਇਆ, ਇਹਨੂੰ ਇਹ ਸਮਝ ਆਉਣਾ ਬੜਾ ਕਠਿਨ ਹੈ। ਆਓ ਹੁਣ ਅਸੀਂ ਸ਼ਬਦ ਦੇ ਆਰੰਭ ਵੱਲ ਆਉਂਦੇ ਹਾਂ ਤੇ ਸ਼ਬਦ ਦੀ ਦੂਸਰੀ ਜੋ ਰਹਾਉ ਦੀ ਪੰਕਤੀ ਉਸ ਨੂੰ ਫਿਰ ਸਮਝਾਂ। ਜਨਨੀ ਜਾਨਤ ਸੁਤ ਬੜਾ ਹੋਤ ਹੈ। ਆਖਰੀ ਅਰਥ ਬੜੇ ਸਪਸ਼ਟ ਨੇ। ਮਾਤਾ, ਜਨਮ ਦੇਣ ਵਾਲੀ ਜਨਨੀ ਜਾਨਤ, ਇਹ ਸਮਝਦੀ ਹੈ। ਸੁਤ ਬੜਾ ਹੋਤ ਹੈ, ਮੇਰਾ ਪੁੱਤਰ ਵੱਡਾ ਹੋ ਰਿਹਾ। ਕਿਉਂਕਿ ਜਿਉਂ-ਜਿਉਂ ਉਸ ਦੇ ਦਿਨ, ਮਹੀਨੇ, ਸਾਲ, ਉਮਰ ਵੱਧਦੀ ਹੈ, ਮਾਂ ਸਮਝਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ। ਇਤਨਾ ਕੁ ਨਾ ਜਾਣੈ ਜੇ ਦਿਨ ਦਿਨ ਅਵਧ ਕਟਤ ਹੈ। ਉਸ ਭੋਲੀ ਮਾਂ ਨੂੰ ਇਹ ਨਹੀਂ ਪਤਾ, ਇਤਨਾ ਕੁ ਨਾ ਜਾਣੈ, ਇਹਨਾਂ ਕੁ ਨਹੀਂ ਉਹਨੂੰ ਪਤਾ, ਨਹੀਂ ਜਾਣਦੀ ਕਿ ਦਿਨ ਦਿਨ ਅਵਧ ਕਟਤ ਹੈ। ਇਹ ਵੱਡਾ ਨਹੀਂ ਹੋ ਰਿਹਾ, ਬਲਕਿ ਇਸ ਦੀ ਅਵਧ, ਉਮਰ ਦਿਨੋਂ ਦਿਨ ਘਟ ਰਹੀ। ਔਰ ਇਸ ਮੋਹ ਦੇ ਵਿੱਚ ਫਸੀ ਹੋਈ ਮਾਂ ਮੋਰ ਮੋਰ ਕਰ ਅਦਕ ਲਾਡ ਧਰ, ਪੇਖਤ ਹੀ ਜਮਰਾਓ ਹਸੈ। ਮੇਰਾ ਮੇਰਾ ਕਹਿ ਕੇ ਪੁੱਤਰ ਨੂੰ ਪਿਆਰ ਕਰਦੀ, ਅਦਕ ਲਾਡ ਧਰ, ਬਹੁਤ ਦੁਲਾਰਦੀ ਹੈ, ਬੜਾ ਲਾਡ ਲਡਾਉਂਦੀ। ਪਰ ਮਾਂ ਦੇ ਇਸ ਭੋਲੇਪਨ ਨੂੰ ਪੇਖਤ ਹੀ ਜਮਰਾਓ ਹਸੈ, ਜਿਹੜਾ ਜਮਰਾਜਾ ਹੈ ਉਹ ਵੇਖ ਵੇਖ ਕੇ ਹੱਸਦਾ ਹੈ। ਹੁਣ ਅਚਨਚੇਤੀ ਜਮਰਾਓ ਦਾ ਜ਼ਿਕਰ ਹੋਣ ਕਰਕੇ ਗੱਲ ਤੇ ਸਮਝ ਵਿੱਚ ਆਈ ਹੋਈ ਹੈ, ਪਰ ਛੋਟੇ ਹੁੰਦਿਆਂ ਸਾਖੀਕਾਰ ਦੀ ਇੱਕ ਸਾਖੀ ਪੜ੍ਹੀ ਸੀ ਕਿ ਇੱਕ ਮਾਂ ਕੋਠੇ ਦੀ ਛੱਤ ਤੇ ਬੈਠੀ ਚਰਖਾ ਕੱਤ ਰਹੀ ਸੀ। ਉਹਦਾ ਛੋਟਾ ਜਿਹਾ ਬੱਚਾ ਉਹਦੇ ਕੋਲ ਖੇਡ ਰਿਹਾ ਸੀ। ਮਾਂ ਉਸ ਨੂੰ ਖੇਡੇ ਲਾਉਣ ਵਾਸਤੇ ਇੱਕ ਗੇਂਦ ਹੌਲੀ ਜੀ ਰੇੜ ਦਿੰਦੀ
ਤੇ ਬੱਚਾ ਦੌੜ ਕੇ ਉਸ ਗੇਂਦ ਨੂੰ ਪਕੜ ਕੇ ਫਿਰ ਮਾਂ ਕੋਲ ਲਿਆਉਂਦਾ। ਮਾਂ ਉਸ ਨੂੰ ਖੇਡਦਿਆਂ ਤੇ ਦੌੜਦਿਆਂ ਦੇਖ ਕੇ ਬੜੀ ਖੁਸ਼ ਹੋ ਰਹੀ ਸੀ। ਕਹਿੰਦੇ ਨੇ ਭਗਤ ਕਬੀਰ ਜੀ ਉੱਥੋਂ ਗਲੀ ਵਿੱਚੋਂ ਲੰਘ ਰਹੇ ਸਨ, ਕਿਉਂਕਿ ਸਾਨੂੰ ਤੇ ਕੋਈ ਜਮਰਾਜ ਕੋਈ ਚੀਜ਼ ਨਜ਼ਰ ਨਹੀਂ ਆਉਂਦੀ, ਪਰ ਉਹ ਸਾਖੀਕਾਰ ਨੇ ਬੜਾ ਸੁਆਦਲਾ ਲਿਖਿਆ ਕਿ ਭਗਤ ਕਬੀਰ ਜੀ ਨੂੰ ਜਮਰਾਜ ਨਜ਼ਰ ਆਇਆ ਤੇ ਉਹ ਖਿੜਖੜਾ ਕੇ ਹੱਸ ਰਿਹਾ ਸੀ। ਭਗਤ ਜੀ ਨੇ ਪੁੱਛਿਆ, ਬਈ ਤੂੰ ਕਿਉਂ ਹੱਸ ਰਿਹਾ? ਆਂਦਾ, ਭਗਤ ਜੀ ਉਹ ਵੇਖੋ, ਮਾਂ ਆਪਣੇ ਬੱਚੇ ਨੂੰ ਖਿਡਾ ਰਹੀ ਹੈ, ਉਹਨੂੰ ਦੌੜਦਿਆਂ ਭੱਜਦਿਆਂ ਤੇ ਗੇਂਦ ਫੜ ਕੇ ਲਿਆਉਂਦਿਆਂ ਦੇਖ ਕੇ ਬੜੀ ਖੁਸ਼ ਹੋ ਰਹੀ। ਪਰ ਮੇਰੀ ਡਿਊਟੀ ਜੋ ਲੱਗੀ ਹੋਈ ਹੈ, ਮੈਂ ਉਹ ਡਿਊਟੀ ਕਰਨ ਵਾਸਤੇ ਆਇਆ ਹੋਇਆ। ਹੁਣੇ ਥੋੜ੍ਹੇ ਸਮੇਂ ਵਿੱਚ ਇਸ ਮਾਂ ਕੋਲੋਂ ਗੇਂਦ ਥੋੜ੍ਹੀ ਜਿਹੀ ਜ਼ੋਰ ਨਾਲ ਰੇੜੀ ਜਾਏਗੀ, ਬੱਚਾ ਉਸੇ ਤਰ੍ਹਾਂ ਗੇਂਦ ਨੂੰ ਪਕੜਨ ਵਾਸਤੇ ਦੌੜ ਕੇ ਆਵੇਗਾ, ਇਹ ਗੇਂਦ ਕੋਠੇ ਤੋਂ ਥੱਲੇ ਡਿੱਗੇਗੀ, ਬੱਚਾ ਵੀ ਥੱਲੇ ਡਿੱਗੇਗਾ ਔਰ ਮੈਂ ਆਪਣੀ ਡਿਊਟੀ ਦਾ ਪਾਲਣ ਕਰ ਦਿਆਂਗਾ। ਉਹੀਓ ਗੱਲ ਹੋਈ ਤਾਂ ਭਗਤ ਜੀ ਨੇ ਉਹ ਸਾਰਾ ਨਕਸ਼ਾ ਇਹਨਾਂ ਪੰਕਤੀਆਂ ਵਿੱਚ ਚਿਤਰਨ ਕਰ ਦਿੱਤਾ। ਸਾਖੀ ਤੋਂ ਬਿਨਾਂ ਵੀ ਅਰਥ ਠੀਕ ਨੇ, ਸਮਝਾਏ ਜਾ ਸਕਦੇ ਨੇ, ਪਰ ਉਹ ਸਾਖੀ ਦੇ ਨਾਲ ਰੌਚਕਤਾ ਬਣ ਗਈ ਤੇ ਆਮ ਜਨ ਸਧਾਰਨ ਵਿਅਕਤੀ ਨੂੰ ਸਮਝ ਆ ਗਈ। ਆਓ ਫਿਰ ਧਿਆਨ ਦਿਓ। ਜਨਨੀ ਜਾਨਤ ਸੁਤ ਬੜਾ ਹੋਤ ਹੈ। ਮਾਂ ਸਮਝ ਰਹੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ। ਇਤਨਾ ਕ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ। ਪਰ ਉਸ ਮੋਹ ਦੀ ਜਾਲੀ ਵਿੱਚ ਫਸੀ ਹੋਈ ਮਾਂ ਨੂੰ, ਭੋਲੀ ਮਾਂ ਨੂੰ ਇਹ ਨਹੀਂ ਪਤਾ ਕਿ ਬੱਚਾ ਵੱਡਾ ਨਹੀਂ ਹੋ ਰਿਹਾ। ਜੇ ਦਿਨ ਦਿਨ ਅਵਧ ਘਟਤ ਹੈ, ਇਹਦੀ ਉਮਰ ਘਟ ਰਹੀ ਤੇ ਉਸ ਮੋਹ ਦੇ ਕਾਰਨ ਮੋਰ ਮੋਰ ਕਰ ਅਧਿਕ ਲਾਡ ਧਰ, ਮੇਰਾ ਮੇਰਾ ਕਹਿ ਕੇ ਬਹੁਤ ਪਿਆਰ ਕਰਦੀ, ਪਰ ਪੇਖਤ ਹੀ ਜਮ ਰਾਓ ਹਸੈ। ਜਿਹੜਾ ਜਮ ਰਾਜਾ ਹੈ ਉਹ ਮਾਂ ਦੇ ਭੋਲੇਪਨ ਨੂੰ ਦੇਖ ਕੇ ਹੱਸ ਰਿਹਾ। ਹੁਣ ਭਗਤ ਕਬੀਰ ਜੀ ਆਪ ਹੀ ਕਹਿੰਦੇ ਹਨ, ਹੇ ਪ੍ਰਭੂ ਐਸਾ ਤੈਂ ਜਗ ਭਰਮ ਲਾਇਆ। ਤੈਂ ਦਾ ਮਤਲਬ ਪਰਮੇਸ਼ਵਰ ਲਈ, ਹੇ ਪਰਮਾਤਮਾ ਤੂੰ ਆਪ ਹੀ ਐਸਾ ਇਹੋ ਜਿਹਾ ਜਗਤ ਨੂੰ ਭਰਮ ਲਾ ਦਿੱਤਾ। ਭਰਮ ਦੇ ਮੰਮੇ ਨੂੰ ਸਿਹਾਰੀ ਹੈ। ਭਰਮ ਵਿੱਚ ਫਸਾ ਦਿੱਤਾ, ਭਰਮ ਵਿੱਚ ਉਲਝਾ ਦਿੱਤਾ। ਭਰਮ ਕੀ ਹੁੰਦਾ? ਜਿਹੜਾ ਭੁਲੇਖਾ ਪਾਉਣਾ, ਅਸਲੀਅਤ ਦੇ ਉਲਟ ਸਮਝਾ ਦੇਣਾ, ਉਹਨੂੰ ਭਰਮ ਕਹਿੰਦੇ ਨੇ। ਤੋ ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੈ ਜਬ ਮੋਇਆ ਹੈ ਮਾਇਆ ਰਹਾਓ। ਆਖਿਆ, ਹੇ ਪ੍ਰਭੂ ਇਹ ਜਗਤ ਵੀ ਤੂੰ ਬਣਾਇਆ, ਜਗਤ ਨੂੰ ਭਰਮ ਵਿੱਚ ਵੀ ਤੂੰ ਪਰਸਾਇਆ, ਤੇ ਤੇਰੇ ਇਸ ਪਸਾਏ ਹੋਣ ਕਰਕੇ ਕੈਸੇ ਬੂਝੇ, ਇਹ ਕਿਵੇਂ ਸਮਝ ਸਕਦਾ? ਜਬ ਮੋਇਆ ਹੈ ਮਾਇਆ, ਜਦੋਂ ਇਹ ਤੇਰੀ ਬਣਾਈ ਹੋਈ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ। ਇਸ ਮੋਹ ਕਾਰਨ ਹੀ ਉਹ ਬੱਚੇ ਨਾਲ ਪਿਆਰ ਕਰ ਰਹੀ ਹੈ, ਇਸ ਮੋਹ ਕਾਰਨ ਹੀ ਉਸ ਨੂੰ ਮੇਰਾ ਮੇਰਾ ਕਹਿ ਰਹੀ ਹੈ, ਔਰ ਇਸ ਮੋਹ ਕਾਰਨ ਹੀ ਉਹ ਖੁਸ਼ ਹੋ ਰਹੀ। ਹੁਣ ਅਗਲੇ ਸ਼ਬਦ ਦਾ ਹਿੱਸਾ ਜੋ ਹੈ ਉਹ ਬੜੇ ਧਿਆਨਪੂਰਵਕ ਵਿਚਾਰਨ ਵਾਲਾ। ਇਹ ਪ੍ਰਾਣੀ ਵਾਸਤੇ, ਜੀਵ ਵਾਸਤੇ ਸਿੱਖਿਆ ਦੇ ਰਹੇ। ਕਹਿਤ ਕਬੀਰ ਛੋੜ ਵਿਖਿਆ ਰਸ। ਕਬੀਰ ਜੀ ਫਰਮਾਉਂਦੇ ਹਨ, ਹੇ ਭਾਈ ਛੋੜ ਵਿਖਿਆ ਰਸ।
ਇਹ ਜਿਹੜੇ ਵਿਸ਼ੇ ਵਿਕਾਰਾਂ ਦੇ ਰਸ ਨੇ ਛੱਡ ਦੇ, ਕਿਉਂਕਿ ਮਨੁੱਖ ਇਹਨਾਂ ਵਿਸ਼ੇ ਵਿਕਾਰਾਂ ਦੇ ਰਸ ਵਿੱਚ ਫਸਣ ਕਰਕੇ ਹੀ ਫਸਿਆ। ਯਾਦ ਰੱਖ, ਇਤ ਸੰਗਤ ਨੇਚੋ ਮਰਨਾ। ਇਹਨਾਂ ਵਿਸ਼ੇ ਵਿਕਾਰਾਂ ਦੀ ਸੰਗਤ ਕਰਕੇ ਨੇਚੋ ਨਿਸ਼ਚੇ ਹੀ ਇਹ ਗੱਲ ਪੱਥਰ ਤੇ ਲੀਕ 16 ਆਨੇ ਠੀਕ ਹੈ ਕਿ ਇੱਕ ਦਿਨ ਮਰਨਾ ਹੀ ਮਰਨਾ। ਇਹਨਾਂ ਦੀ ਸੰਗਤ ਕਰਕੇ ਕਦੇ ਕੋਈ ਬਚ ਨਹੀਂ ਸਕਿਆ। ਪਰ ਨਾਲ ਹੀ ਕਹਿੰਦੇ ਨੇ ਰਮਈਆ ਜਪੋ ਪ੍ਰਾਣੀ ਅਨੰਤ ਜੀਵਨ ਬਾਣੀ। ਹੇ ਭਾਈ, ਉਹ ਬਾਣੀ ਪਰਮਾਤਮਾ ਦੀ ਜੋ ਅਨੰਤ ਜੀਵਨ ਦੇਣ ਵਾਲੀ ਹੈ, ਉਸ ਦਾ ਸਿਮਰਨ ਕਰਨਾ ਕਰ। ਛੋਟੇ ਹੁੰਦਿਆਂ ਤੋਂ ਜਦੋਂ ਪਾਠ ਕਰਦੇ ਸਾਂ ਤੇ ਕਈ ਵਿਦਵਾਨ ਇਸ ਗੱਲ ਤੇ ਵੀ ਚਰਚਾ ਕਰਦੇ ਸਨ ਕਿ ਇਹਦਾ ਵਿਸਰਾਮ ਤੇ ਉਚਾਰਨ ਅਨੰਤ ਜੀਵਨ ਬਾਣੀ, ਦੂਜੀ ਬਾਣੀ ਛੱਡ ਦੇ। ਪਰ ਹੁਣ ਜਿਉਂ-ਜਿਉਂ ਖੋਜ ਦੀ ਕਸਵੱਟੀ ਤੇ ਹਰ ਗੱਲ ਨੂੰ ਪਰਖਿਆ ਗਿਆ, ਹਰ ਗੱਲ ਨੂੰ ਚੰਗੀ ਤਰ੍ਹਾਂ ਵਿਚਾਰਿਆ ਤੇ ਪੜਚੋਲਿਆ ਗਿਆ, ਉਦੋਂ ਤੋਂ ਇਹ ਭਰਮ ਭੁਲੇਖੇ ਵੀ ਦੂਰ ਹੋਏ ਨੇ। ਰਮਈਆ ਜਪੋ ਪ੍ਰਾਣੀ। ਹੇ ਪ੍ਰਾਣੀ, ਉਸ ਰਮੇ ਹੋਏ ਰਾਮ ਦਾ ਸਿਮਰਨ ਕਰਨਾ ਕਰ। ਅਨੰਤ ਜੀਵਨ ਬਾਣੀ, ਉਸ ਪਰਮਾਤਮਾ ਦਾ ਸਿਮਰਨ ਤਥਾ ਉਹਦੀ ਬਾਣੀ ਅਨੰਤ ਜੀਵਨ ਦੇਣ ਵਾਲੀ ਹੈ। ਹੁਣ ਇੱਥੇ ਅਨੰਤ ਜੀਵਨ ਪਰਮਾਤਮਾ ਨਾਲ ਟੁਕ ਜਾਏ ਕਿ ਉਹ ਪਰਮਾਤਮਾ ਜਿਸ ਦਾ ਜੀਵਨ ਅਨੰਤ ਬੇਅੰਤ ਹੈ, ਜਿਹਦਾ ਕਦੇ ਅੰਤ ਨਹੀਂ, ਉਹਦੀ ਜੋ ਬਾਣੀ ਹੈ, ਉਹਦੀ ਸਿਫਤ ਸਲਾਹ ਵਾਲੀ ਬਾਣੀ ਦੇ ਨਾਲ ਤੂੰ ਜੁੜਨਾ ਕਰ। ਇਨ ਬਿਦ ਭਵ ਸਾਗਰ ਤਰਨਾ। ਇਸ ਤਰੀਕੇ ਦੇ ਨਾਲ ਜੇ ਉਸ ਪਰਮਾਤਮਾ ਦੇ ਸਿਮਰਨ ਸਿਫਤ ਸਲਾਹ ਵਾਲੀ ਬਾਣੀ ਨਾਲ ਜੁੜੇਗਾ, ਇਹ ਜਿਹੜਾ ਭਵ ਸਾਗਰ ਸੰਸਾਰ ਹੈ, ਇਸ ਨੂੰ ਤਰ ਜਾਏ। ਫਿਰ ਪਾਤਸ਼ਾਹ ਤੀਜੇ ਪਦ ਵਿੱਚ ਆਪ ਹੀ ਫਰਮਾਉਂਦੇ ਨੇ ਕਿ ਜਾਂ ਤਿਸ ਭਾਵੈ ਤਾਂ ਲਾਗੈ ਭਾਉ। ਇਹ ਜਿਹੜਾ ਪਰਮਾਤਮਾ ਨਾਲ ਪਿਆਰ ਹੈ, ਮਨੁੱਖ ਦੇ ਆਪਣੇ ਯਤਨ ਨਾਲ ਨਹੀਂ ਲੱਗਦਾ। ਇਹ ਮਾਇਆ ਵੀ ਉਸਨੇ ਬਣਾਈ ਹੈ, ਮਾਇਆ ਦਾ ਮੋਹ ਵੀ ਉਸਨੇ ਬਣਾਇਆ ਅਤੇ ਭਰਮ ਵੀ ਉਸਨੇ ਲਾਇਆ। ਹਾਂ, ਜੇ ਉਸਦੀ ਕਿਰਪਾ ਹੋ ਜਾਏ, ਜਾਂ ਤਿਸ ਭਾਵੈ ਤਾਂ ਲਾਗੈ ਭਾਉ, ਜੇ ਉਹਨੂੰ ਚੰਗਾ ਲੱਗ ਜਾਏ, ਜੇ ਉਹਦੀ ਮਿਹਰਮਤ ਹੋ ਜਾਏ ਤਾਂ ਇਸ ਜੀਵ ਦੇ ਅੰਦਰ ਪਰਮਾਤਮਾ ਦਾ ਪਿਆਰ ਜਾਗ ਪੈਂਦਾ। ਭਾਵ ਇਸ ਨੂੰ ਗਿਆਨ ਹੋ ਜਾਂਦਾ। ਗਿਆਨ ਅਗਿਆਨ ਦਾ ਨਾਸ਼ ਕਰਦਾ ਤੇ ਅਗਿਆਨਤਾ ਕਰਕੇ ਮੈਂ ਤੁਸੀਂ ਸਾਰੇ ਇਸ ਭਰਮ ਵਿੱਚ ਸ਼ਿਕਾਰ ਫਸੇ ਤੇ ਜਿਹੜੀਆਂ ਚੀਜ਼ਾਂ ਆਪਣੀਆਂ ਨਹੀਂ, ਉਹਨਾਂ ਨੂੰ ਅਸੀਂ ਆਪਣੀਆਂ ਸਮਝ ਬੈਠੇ। ਇਸ ਲਈ ਭਗਤ ਜੀ ਕਹਿੰਦੇ ਨੇ, ਆਓ ਉਸ ਅੱਗੇ ਅਰਦਾਸ ਕਰੀਏ, ਹੇ ਪ੍ਰਭੂ, ਤੂੰ ਹੀ ਤਾਂ ਸੰਸਾਰ ਪੈਦਾ ਕਰਨ ਵਾਲਾ ਹੈ, ਤੂੰ ਹੀ ਮਾਇਆ ਬਣਾਉਣ ਵਾਲਾ ਹੈ ਤੇ ਤੂੰ ਹੀ ਭਰਮ ਪੈਦਾ ਕਰਕੇ ਮਾਇਆ ਵਿੱਚ ਫਸਾਉਣ ਵਾਲਾ ਹੈ। ਪਰ ਜੇ ਤੇਰੀ ਰਹਿਮਤ ਹੋ ਜਾਏ, ਜਾਂ ਤਿਸ ਭਾਵੈ ਤਾਂ ਲਾਗੈ ਭਾਉ, ਫਿਰ ਇਸ ਜੀਵ ਦੇ ਅੰਦਰ ਤੇਰਾ ਪਿਆਰ ਪੈਦਾ ਹੋ ਸਕਦਾ। ਤੇ ਜਿਹੜਾ ਪਰਮਾਤਮਾ ਦੇ ਪਿਆਰ ਵਿੱਚ ਲੱਗ ਜਾਏ, ਭਰਮ ਪੁਰਾਵਾ ਵਿੱਚੋਂ ਜਾਏ, ਉਹਦੇ ਹਿਰਦੇ ਵਿੱਚੋਂ ਫਿਰ ਇਹ ਭਰਮ ਦਾ ਪੁਲਾਵਾ ਨਿਕਲ ਜਾਂਦਾ, ਉਹਨੂੰ ਅਸਲੀਅਤ ਦਾ ਪਤਾ ਲੱਗ ਜਾਂਦਾ। ਕਿਉਂਕਿ ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਦ ਪਾਪਾਂ ਖਾਏ, ਉਗਵੈ ਸੂਰ ਨ ਜਾਪੈ ਚੰਦ, ਜਹਾਂ ਗਿਆਨ ਪ੍ਰਗਾਸ ਤਾਂ ਅਗਿਆਨ ਮਿਟੰਤ। ਆਖਿਆ ਜਿਸ ਤਰ੍ਹਾਂ ਇਹ ਅਟਲ ਸੱਚਾਈ ਹੈ ਕਿ ਅੰਧੇਰੇ ਵਿੱਚ ਦੀਵਾ ਬਾਲ ਦਿਓ ਤੇ ਅੰਧੇਰੇ ਨੇ ਜਾਣਾ ਹੀ ਜਾਣਾ, ਇਸੇ ਤਰ੍ਹਾਂ ਜਦੋਂ ਤੁਸੀਂ ਕਿਰਪਾ ਕਰਕੇ ਕਿਸੇ ਜੀਵ ਨੂੰ
अपना प्यार बख्शते हो ते उस प्यार दे कारण उहदे अंदरों भरम भुलावा विचों जाए, उहदे अंदरों भरम दूर हो जाता, उन्होंने असलीयत का पता लग जाता। पर उस भरम नूं, उस अंधेरे नूं दूर करने का तरीका की? वो है परमात्मा की सिफत सलाह वाली बाणी नाल जुड़ना। इसलिए धन गुरु तेग बहादुर जी भी फरमाते हैं, भाई बाणी नाल जुड़िया सानू ज्ञान होता। रे नर ए साची जीत हार, सगल जगत है जैसे सुपना, बिन सत लगत न बार, बारू भीत बनाई रच पच, रहत नहीं दिन चार, तैसे ही ये सुख माया के उर्जो कहाँ गवार, अजू समझ कछ बिगड़ो नाहिन, भजले नाम मुरार, कहो नानक निज मत साधन को, भाख्यो तो है पुकार। तो गुरु संगत विच आके गुरु की बाणी नूं पढ़ के विचार के ये प्रेरणा मिलती है। तो जदों उस प्रेरणा तो जीव प्रेरित हो जाता, फिर इहदे अंदर परमात्मा का प्यार जागदा। हाँ, जीवन का मकसद तो यही है, रे मन राम स्यों कर प्रीत, श्रमन गोबिंद गुण सुनो, अर गाओ रसना गीत। संगत विच आउणा, रसना नाल उहदे गुण गायन करने, कन्ना नाल सुनने, इहदे नाल प्रीत पैदा हो जाती। पर यह सब कुछ होंदा कदों है? जां तिस भावै तां लागै भाव, जदों उसनूं चंगा लगे, जदों उहदी किरपा दृष्टि हो जाए, फिर इस जीव दे अंदर परमात्मा का प्यार जाग पैंदा। ते परमात्मा का प्यार जागदे सार भरम भुलावा विचों जाए। ये जिहड़ा भरम के कारण पिया होया भुलेखा है, ये अंदरों खत्म हो जाता। बस भरम ही है जिहड़ा सानू भटका रहा है, भरम ही है जिसने सानू असलीयत तो दूर कर दिया। फिर पातशाह इस लड़ी च कहते उपजै सहज ज्ञान मत जागै। जदों ज्ञान मत विच जाग पैंदा, मत ते सारियां कोल है, मेरे कोल भी है, तुहाडे कोल भी है, गल तां उहदे विच ज्ञान जागण दी है। भगत जी ने आप ही लिखिया है कि मन समझ हमन कारणे, कछुअक पढ़िए ज्ञान। आख्या थोड़ी जी मेहनत घालना ते करनी पैंदी। जिवें फल कारण फूली बन राए, फल लागा तब फूल बिलाए। ज्ञान कारण कर्म अभ्यास, ज्ञान भया तो कर्म नाश। जां तिस भावै तां लागै भाव। जदों उसनूं चंगा लगदा, जदों उहदी मेहर हुंदी, फिर इस जीव दे अंदर प्यार जाग पैंदा। ते प्यार जागदियां सार भरम भुलावा विचों जाए। हिरदे विचों ये जिहड़ा भरम द्वारा पैदा होया भुलेखा खत्म हो जाए। उपजै सहज ज्ञान मत जागे। ये सहज ते असहज, सहज का मतलब है अडोलता, ते सहज के उल्ट है भटकना। हुण जदों तीकर अज्ञान है, भरम है, उदों तक ते भटक रहे। पर जदों गुरु की कृपा दे नाल उपजै सहज ज्ञान मत जागे। मत दे तत्ते नूं सियारी, जदों मत दे अंदर, बुद्धि दे अंदर ज्ञान का दीवा जग पैंदा है, उदों भटकना मुक जाती और उदों सहज अडोलता जाग पैंदी। ते गुर प्रसाद अंतर लिव लागे। हुण इत्थे प्रसाद दे ददे नूं सियारी,
बार बार इसलिए दसना पैंदा कि जेड़े गुरमुख सज्जन ये कहते हैं कि जी लगा मात्रा की कोई ऐसी गल नहीं नहीं, उन्होंने जरूर बड़ी निमरता सहित बेनती है, भाई गुरु पातशाह ने बड़ी मेहनत करके साडे वास्ते इन्हां लगा मात्रा की सोझी दी और बड़े बड़े विद्वान पुरुषों ने, प्रिंसीपल तेजा सिंह जी ने, रिटायर्ड कमिश्नर तन्हा सिंह जी ने और मौजूदा व्याकरण के पंडित प्रिंसीपल साहिब सिंह जी ने बड़ी मेहनत की और उन्होंने पाए पूर्णिया के उत्ते चल के इस लड़ी नूं होर खोलिया। मैं हमेशा उन्होंने विद्यार्थियों नूं प्रेरणा करता कि गुरबाणी दियां शब्दांतक लगा मात्रा नामी पुस्तक जो श्रोमणी गुरुद्वारा प्रबंधक कमेटी वालों फ्री छापी ते वंडी जाती, जो महान विद्वान प्रिंसीपल तेजा सिंह जी ने सब तो पहला लिखी, फिर उन्होंने तो बाद सिख मिशनरी कॉलेज ने भी गुरबाणी दे सरल व्याकरणक नेम नाम की छोटी जी पुस्तक लिख के वंडी। मतलब कहण तो उन्होंने पढ़न दे नाल पता लग जाए कि प्रसाद गुरबाणी में 3 रूपों में आउंदा। एक प्रसाद ददे नूं औंकण नाल आउंदा है जिसका अर्थ है किरपा। एक आउंदा है प्रसाद ददे नूं सिहारी नाल जिसका अर्थ है किरपा द्वारा। और एक प्रसाद ददा मुक्ता भी आउंदा है। श्री गुरु ग्रंथ साहिब जी दे 1143 अंग ते गुर पूरा पूरा प्रसाद, वो संबंध की होने करके प्रसाद दा ददा मुक्ता। तो गल की पातशाह कहते उपजै सहज ज्ञान मत जागै, गुर प्रसाद अंतर लिव लागै। गुरु की कृपा दे नाल अंदर लिव लग जा। इत संगत नाही मरना, हुक्म पछाण ता खसम है मिलना, रहाओ दूजा। इत संगत, ये जिहड़ी ज्ञान की संगत है, इस संगत नूं प्राप्त करके मनुख की आत्मक मौत नहीं होती। और हुक्म पछाण तां खसम है, रहाओ दूजा का मतलब ये प्रश्न का उत्तर दे दिता। पहली पंक्ति विच रहाओ दी कहा सी कि इस दी संगत करन करके मरना ही मरना है, ते दूजी पंक्ति च आख्या इत संगत ना ही मरना, हुक्म पछाण तां खसम है मिलना। भाई उहदी रजा विच राजी रहन दे नाल असी उस खसम नूं मिल सकते हैं, भटकना तो बच सकते हैं। तो इस तरह इस पावन शब्द के अंदर भगत कबीर जी ने सानू भरम विचों कढ़न लई ज्ञान की जरूरत दसी, ते ज्ञान गुरु की कृपा दे नाल परमेश्वर की जदों मेहर हो जाए फिर जीव इस पासे लग तुरदा है।